ਧੁੰਨੀ ਛੋਟੀ ਹੁੰਦੀ ਹੈ, ਕੋਲੀ ਛੋਟੀ ਹੁੰਦੀ ਹੈ। ਦੂਸਰੇ ਨੰਬਰ ਤੇ ਬੂਥੀ ਲੰਮੀ ਹੁੰਦੀ ਹੈ, ਧੌਣ ਉਹਦੀ ਲੰਮੀ ਹੁੰਦੀ ਹੈ। ਪੁੱਠਾ ਜਿਹੜਾ ਉਹ ਖੜੇ ਰੁਕਦਾ ਇਸ ਤਰ੍ਹਾਂ ਹੁੰਦਾ। ਉਹਦੀ ਪਛਾਣ ਸਿਰਫ ਇਹ ਹੀ। ਮੁੱਲ ਦੇ ਪੱਠੇ ਲੈ ਕੇ ਫਿਰ ਕੋਈ ਬੱਚਤ ਵੀ ਨਹੀਂ, ਨੁਕਸਾਨ ਹੀ ਹੈ, ਕਿਉਂਕਿ ਦੁੱਧ ਦਾ ਰੇਟ ਕੋਈ ਨਹੀਂ। ਸਹੀ ਹੈ। ਤੇ ਵੰਡੇ ਮਹਿੰਗੇ ਨੇ, ਮੁੱਲ ਦੇ ਪੱਠੇ ਵੀ ਲੈ, ਤੂੜੀ ਵੀ ਲੈ, ਤਾਂ ਫਿਰ ਕੋਈ ਬੱਚਤ ਨਹੀਂ, ਨੁਕਸਾਨ ਹੀ। ਫਿਰ ਤੇ ਅਗਰ ਪੱਠੇ ਆਪਣੇ ਹੋਣ, ਆਪਣੇ ਹੋਣ ਤੇ ਅਗਰ ਉਹਦੇ ਬੱਚੇ ਬੁੱਚੇ ਸਾਂਭੇ ਮੱਝਾਂ ਦੇ, ਉਹ 2-3 ਸਾਲ ਤੱਕ ਸਾਂਭੇ ਉਹਨਾਂ ਤੇ ਫਿਰ ਉਹਨੂੰ ਸਹੀ ਫਾਇਦਾ ਹੈ। ਉਹਨੂੰ ਤਾਂ ਸਿਰਫ ਝੋਟੀਆਂ ਦਾ ਕੰਮ ਕਰਨਾ ਚਾਹੀਦਾ, ਦੁੱਧ ਦਾ ਕੰਮ ਨਹੀਂ ਕਰਨਾ ਚਾਹੀਦਾ। ਦੁੱਧ ਦਾ ਰੇਟ ਨਹੀਂ ਸਾਡੇ ਮੁਲਕ ਵਿੱਚ ਨਾ, ਦੁੱਧ ਦਾ ਰੇਟ ਨਹੀਂ। ਠੀਕ ਹੈ, ਦੁੱਧ ਦਾ ਰੇਟ ਹੋਵੇ ਫਿਰ ਦੁੱਧ ਦਾ ਹੀ ਕੰਮ ਕਰਨਾ ਚਾਹੀਦਾ। ਉਹਨੂੰ ਝੋਟੀਆਂ ਲਿਆ ਕੇ ਤੇ ਉਹ ਸਵਾਉਣੀਆਂ ਚਾਹੀਦੀਆਂ ਨੇ, ਉਹਨਾਂ 'ਚ ਪ੍ਰੋਫਿਟ ਜ਼ਿਆਦਾ। अस्सलाम वालेकुम। वालेकुम अस्सलाम। अंकल जी की हाल है? खैर शुक्र अल्लाह। जनाब दा की नाम है? इफ्तिखार अली। इफ्तिखार साहब, तुसी किन्ने अरसे तो जानवरां दा कारोबार करदे हो पे? 10-11 साल तो कर रहे हैं। माशाल्लाह, तुहाडा जिहड़ा 10-11 साल दा तजर्बा है कैसा रहा है? ठीक है, बहुत अच्छा था। ये काम विच फायदा की नुकसान है? नुकसान तो कोई नहीं, फायदा ही फायदा है। नुकसान ये कहता है, वेखो जिहड़ा जिथे मेहनत करनी है उत्थे फायदा ही, नुकसान तो कोई भी नहीं जी। अगर तंदुरुस्त रहें तो अल्लाह ज़ात है ना, तंदुरुस्ती दे तो फायदा ही फायदा। यानी मेहनत जरूरी है। मेहनत तो फिर साफ ज़ाहिर है ना, मेहनत है ना। ते सर, तुसी जदों ये काम दा आगाज कीता सी उदों किन्ने जानवर रखे है जे? उदों तो 2-3 सन साडे कोल सिर्फ। अच्छा, यानी कि तुसी छोटे काम तो इजाफा कीता है। हाँ जी। ते माशाल्लाह इस टाइम किन्ने जानवर ने? इस टाइम 9 मझां ने, 5 बेच दित्तियां ने, हुण ही सेल कीतियां थोड़े देने वाली। अच्छा। ते 2 गाइयां ने ते 2-3-4 झोटियां ने, कोई बच्चे ने उन्होंने, कोई इस वास्ते फिर खिलरे पुलरे कोई डंगर उधर बच्चे ना। जी जी, माशाल्लाह, यानी कि इस टाइम काफी रौनक लगी है। शुक्र अल्लाह दा। ते सर, ये ਜਿਹੜੀਆਂ ਤੁਸੀਂ 9 ਮੱਝਾਂ ਨੇ 5 ਸੇਲ ਕੀਤੀਆਂ ਨੇ, ਯਾਨੀ ਕਿ ਟੋਟਲ 14 ਸਨ। ਇਹ ਜਿਹੜੀਆਂ ਤੁਸੀਂ ਦੂੰ ਤੋਂ ਆਗਾਜ਼ ਕੀਤਾ ਸੀ, ਉੱਥੋਂ ਹੀ ਕੰਮ ਵਧਿਆ ਜਾਂ ਕਿ ਕੁਝ ਫਿਰ ਦੁਬਾਰਾ ਖਰੀਦੀਆਂ ਵੀ ਹਨ? ਨਹੀਂ, ਨਾਲ ਖਰੀਦਦੇ ਵੀ ਸਨ ਤੇ ਲੈਂਦੇ ਵੀ ਦਿੰਦੇ ਵੀ ਸਨ, ਲੈਣ ਦੇਣ ਦਾ ਵੀ ਨਾਲ ਕਰਦੇ ਸਨ। ਅੱਛਾ। ਜਿਹੜੀ ਥੋੜੀ ਨਰਮ ਹੁੰਦੀ ਦੇ ਛੱਡਦੇ ਹਨ, ਜਿਹੜੀਆਂ ਚੰਗੀਆਂ ਸਨ ਰੱਖ ਲੈਂਦੇ ਸਨ। अच्छा, नरम तो की मुराद लेंदे हो? ਜਿਹੜੀ ਦੁੱਧ ਕਮ ਦੇਣ ਵਾਲੀ ਜਿਹੜੀ ਉਹ ਵੇਚ ਛੱਡਦੇ ਸਨ। ਅੱਛਾ। ਜਾਂ ਕੋਈ ਮੱਝ ਲਿਆਂਦੀ ਉਹਨੇ ਮੁਨਾਫਾ ਦਿੱਤਾ, ਉਹ ਵੇਚ ਛੜੀ, ਫਿਰ ਨਵੀਂ ਲੈਂਦੀ ਉਹਦੀ ਜਗ੍ਹਾ। ਜੀ ਜੀ। ਤੁਸੀਂ ਆਪਣੇ ਫਾਰਮ ਤੇ ਕਿੰਨੇ ਦੁੱਧ ਵਾਲੀ ਮੱਝ ਨੂੰ ਰੱਖਦੇ ਹੋ? ਅਸੀਂ 13-14 ਆਮ ਸਾਰੇ ਲੋਕ ਆਂਦੇ ਨੇ ਵੀ ਮੇਰੀ 20 ਸੇ ਦਿੰਦੀ ਹੈ, 18 ਸੇ ਦਿੰਦੀ ਹੈ, ਸਾਰੀਆਂ ਐਵੇਂ ਗਲਤ ਗੱਲਾਂ ਨੇ। ਜੀ ਜੀ। ਮੱਝ 14-15-16 ਸੇ ਦੁੱਧ ਜਿਹੜੀ ਦਿੰਦੀ ਉਹ ਮਿਆਰੀ ਮੱਝ ਹੁੰਦੀ। ਜੀ ਜੀ। ਹਾਂਜੀ। ਯਾਨੀ ਕਿ ਜਿਹੜੀ ਮੱਝ ਦੁੱਧ ਕਮ ਦਿੰਦੀ ਤੁਸੀਂ ਉਹਨੂੰ ਫਿਰ ਨਹੀਂ ਰੱਖਦੇ? ਨਹੀਂ ਰੱਖਦੇ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਨਾ ਫਿਰ ਖਰਚਾ ਕੋ ਬਰਦਾਸ਼ਤ ਨਹੀਂ ਨਾ ਹੁੰਦਾ ਇੰਨਾ, ਉਹ ਇਸ ਵਾਸਤੇ ਫਿਰ ਵੇਚ ਦਿੰਦੇ ਆ। ਥੋੜੇ ਦੁੱਧ ਵਾਲੀ ਵਾਰਾ ਨਹੀਂ ਖਾਂਦੀ ਹੈ। ਤੇ ਅਗਰ ਉਹਨੂੰ ਦੁਬਾਰਾ ਵਨ ਲਗਵਾ ਲਈਏ, ਨਵੇਂ ਦੁੱਧ ਕਰਾ ਲਈਏ, ਫਿਰ ਬਚਤ ਨਹੀਂ ਹੁੰਦੀ? ਉਹਨਾਂ ਖਾ ਜਾਂਦੀ ਹੈ ਨਾ, ਉਹਨਾਂ ਖਾ ਜਾਂਦੀ ਹੈ। ਅੱਛਾ। ਹਾਂਜੀ। ਯਾਨੀ ਕਿ ਉਹਨੂੰ ਜਿਹੜਾ ਤੁਸੀਂ ਸੇਲ ਕਰ ਦਿੰਦੇ ਹੋ ਉਹਦੇ 'ਚ ਬਿਹਤਰੀ ਹੈ? ਉਹਦੇ 'ਚ ਬਿਹਤਰੀ, ਹਾਂਜੀ। ਤੇ ਸਰ, ਤੁਹਾਡੇ ਕੋਲ ਇਸ ਟਾਈਮ ਕਿਹੜੀ ਨਸਲ ਦੀਆਂ ਮੱਝਾਂ ਨੇ? ਨਸਲਾਂ ਇੱਥੇ ਸਹੀ ਤੇ ਜਾ ਕੇ ਲਿਆਉਂਦੇ ਜੇ ਭਾਵਨ ਨਗਰ ਤੋਂ, ਆਰਫਾਲੇ ਤੋਂ। ਅੱਛਾ। ਹਾਂਜੀ, ਨਸਲਾਂ ਪਿਛਲੀਆਂ ਦੇਸੀ ਮੱਝਾਂ ਖਤਮ ਹੋ ਗਈਆਂ ਨੇ, ਹੁਣ ਸਾਰੀਆਂ ਨਸਲੀ ਨੇ। ਕੋਈ ਮੱਝ ਵੀ ਐਸੀ ਨਹੀਂ, ਕੋਈ 100 'ਚ 2-4 ਹੁੰਦੀਆਂ ਜਿਹੜੀਆਂ ਐਵੇਂ ਹੀ ਹੁੰਦੀਆਂ, ਨਹੀਂ ਤੇ ਸਾਰੀਆਂ ਨਸਲੀ ਨੇ, ਚੰਗੇ ਸੰਡਿਆਂ ਕੋਲ ਹੁੰਦੀਆਂ ਨੇ। ਯਾਨੀ ਕਿ ਇਸ ਟਾਈਮ ਨਸਲ ਚੰਗੀ ਮੌਜੂਦ ਹੈ? ਹਾਂਜੀ। ਤੇ ਜਿਹੜੀ ਸਰ ਚੰਗੀ ਮੈਮ ਹੈ, ਜਿਹਨੂੰ ਤੁਸੀਂ ਚੰਗੀ ਕਹਿੰਦੇ ਹੋ, ਜਿਹੜੀ ਦੁੱਧ ਜ਼ਿਆਦਾ ਦਿੰਦੀ ਹੈ, ਉਹਦੀ ਕੋਈ ਖੂਬੀ, ਕੋਈ ਪਹਿਚਾਨ, ਉਹਦਾ ਵਜੂਦ ਕਿਸ ਕਿਸਮ ਦਾ ਹੁੰਦਾ? ਸਿਰਫ ਇਹ ਹੁੰਦਾ ਕਿ ਉਹਦੀ ਧੁੰਨੀ ਛੋਟੀ ਹੁੰਦੀ ਹੈ, ਕੋਲੀ ਛੋਟੀ ਹੁੰਦੀ ਹੈ। ਦੂਸਰੇ ਨੰਬਰ ਤੇ ਬੂਥੀ ਲੰਮੀ ਹੁੰਦੀ ਹੈ, ਧੌਣ ਉਹਦੀ ਲੰਮੀ ਹੁੰਦੀ ਹੈ। ਪੁੱਠਾ ਜਿਹੜਾ ਉਹ ਖੜੇ ਰੁਕਦਾ ਇਸ ਤਰ੍ਹਾਂ ਹੁੰਦਾ। ਉਹਦੀ ਪਛਾਣ ਸਿਰਫ ਇਹ ਹੀ। ਅੱਛਾ। ਠੀਕ ਹੈ। ਤੇ ਚੰਗੀ ਮੈਂ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਕੁ ਦੁੱਧ ਦਿੰਦੀ ਹੈ? 14-15-16 ਸਿਰ। ਤੇ ਮਿਲ ਕਿੰਨੇ ਦੀ ਜਾਂਦੀ ਹੈ? ਉਹ ਮਿਲ ਜਾਂਦੀ ਹੈ 2.5, 2.25 ਦੀ। ਠੀਕ ਹੈ, ਮਾਸ਼ਾਅੱਲਾ। ਤੁਸੀਂ ਸਰ ਦੁੱਧ ਦਾ ਕਾਰੋਬਾਰ ਵੀ ਕਰਦੇ ਹੋ ਪਏ, ਨਾਲ ਵਪਾਰ ਦਾ ਕੰਮ ਵੀ ਕਰਦੇ ਹੋ ਪਏ। ਜਦੋਂ ਮੱਝ ਨੂੰ ਖਰੀਦਦੇ ਹੋ, ਉਹ ਕਿਹੜੀਆਂ ਚੀਜ਼ਾਂ, ਕਿਹੜੀਆਂ ਖੂਬੀਆਂ ਵੇਖ ਕੇ ਮੱਝ ਲੈਂਦੇ ਹੋ? ਉਹਦੇ ਥਣ ਅਸੀਂ ਵੇਖ ਕੇ ਲੈਂਦੇ ਆ ਵੀ ਥਣ ਮੁੱਠੀ ਹੋਣ ਜੀ, ਬਹਾਨਾ ਪਿਛਾ ਨੂੰ ਹੋਵੇ, ਉਹਦੀ ਕੋਲੀ ਛੋਟੀ ਹੋਵੇ, ਵੱਖੀ ਛੋਟੀ ਹੋਵੇ, ਤੇ ਸੋਹਣੀ ਹੋਵੇ, ਸਿੰਗਾਂ ਦੀ ਸੋਹਣੀ ਹੋਵੇ, ਮੂੰਹ ਦੀ ਸੋਹਣੀ ਹੋਵੇ, ਉਹ ਫਿਰ ਖਰੀਦ ਲੈਂਦੇ। ਤੇ ਕਿਹੜੇ ਸੂਬੇ ਵਾਲੀ ਮੱਝ ਬਿਹਤਰ ਹੈ? ਅਸੀਂ ਤੇ ਪਹਿਲੇ ਦੂਸਰੇ ਵਾਲੀ ਬਿਹਤਰ ਸਮਝਦਾ ਸੀ, ਨਹੀਂ ਪੁਰਾਣੇ ਸੂਬੇ ਵਾਲੀ ਬਿਹਤਰ ਸਮਝਦੇ। ਅੱਛਾ ਸਰ, ਤੁਸੀਂ ਮੱਝਾਂ ਖਰੀਦਣ ਜਾਂਦੇ ਹੋ ਮੰਡੀਆਂ 'ਚ, ਮੱਝਾਂ ਖਰੀਦਦੇ ਹੋ ਡੇਰਿਆਂ ਤੋਂ? ਨਹੀਂ, ਅਸੀਂ ਚੱਕਾਂ 'ਚੋਂ ਖਰੀਦ ਕੇ ਲਿਆਉਂਦੇ ਆ, ਆਰਫ ਵਾਲੇ ਤੋਂ ਲਿਆਉਂਦੇ ਆ ਜਾਂ ਫਕੀਰ ਵਾਲੀ ਤੋਂ ਲਿਆਉਂਦੇ ਆ। ਅਸੀਂ ਮੰਡੀ 'ਚ ਮੱਝ ਅੱਜ ਤੱਕ ਖਰੀਦੀ ਨਹੀਂ। ਹਾਂ। ਮੱਝ ਸੂਣਾ ਹੀ ਲੈਣੀ ਚਾਹੀਦੀ ਹੈ ਕਿ ਸੂਈ ਲੈਣੀ ਚਾਹੀਦੀ ਹੈ? ਮੱਝ ਸੂਈ ਲੈਣੀ ਚਾਹੀਦੀ। ਤੇ ਅਗਰ ਸੂਈ ਮੱਝ ਬੰਦਾ ਲਵੇ ਤਾਂ ਕਿੰਨੇ ਦਿਨ ਉਹਨੂੰ ਚੋਏ? ਕਿੰਨੇ ਦਿਨ ਚੋਏ? ਹਾਂਜੀ, ਚੋ ਕੇ ਲੈਣੀ ਚਾਹੀਦੀ ਹੈ। ਕੋਟੇ ਐਵੇਂ ਧਾਰਾ ਮਾਰ ਕੇ ਵੇਖ ਲਓ, ਪਤਾ ਲੱਗ ਜਾਂਦਾ ਬਸ। ਹਾਂ, ਠੀਕ ਹੋ ਗਿਆ।
ਅੱਛਾ ਸਰ, ਮਾਸ਼ਾਅੱਲਾ ਇਹਦੇ ਵਿੱਚ ਇਸ ਕੰਮ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸਟਾਰਟਿੰਗ ਦੇ ਵਿੱਚ। ਹਾਂਜੀ। ਤੁਹਾਨੂੰ ਇਸ ਕੰਮ ਦੇ ਵਿੱਚ ਸ਼ੁਰੂ ਤੋਂ ਕਿਹੜੀ ਮੁਸ਼ਕਲਾਂ ਆਈ, ਠੀਕ ਨਾ, ਤੇ ਉਹਦੇ ਮਸਾਇਲ ਤੋਂ ਕਿੰਜ ਹੱਲ ਕੀਤੇ? ਕੋਈ ਵੀ ਨਹੀਂ, ਸਾਨੂੰ ਕੋਈ ਖਾਸ ਮੁਸ਼ਕਲਾਂ ਆਈ ਕੋਈ ਨਹੀਂ। ਅਸੀਂ ਇੱਕ ਤੇ ਕੰਮ ਸਹੀ ਕਰਨੇ ਆ ਕਿ ਜਿਹੜਾ ਨਾ 2 ਨੰਬਰ ਕੰਮ ਨਹੀਂ ਕਰਦੇ। ਸਭ ਤੋਂ ਵੱਡੀ ਜਿਹੜੀ ਇਹਨਾਂ ਅੱਲਾ ਦੀ ਮਿਹਰਬਾਨੀ ਇਹ ਹੈ ਕਿ 2 ਨੰਬਰ ਕੰਮ ਨਹੀਂ ਕਰਦੇ ਤੇ ਸਾਨੂੰ ਮੁਸ਼ਕਲਾਂ ਆਈ ਨਹੀਂ। ਯਾਨੀ ਇਮਾਨਦਾਰੀ ਨਾਲ ਤੁਸੀਂ ਇਹ ਕੰਮ ਨੂੰ ਕਰਦੇ ਹੋ। ਇਹ ਸਭ ਤੋਂ ਵੱਡੀ ਜਿਹੜੀ ਹੈ ਨਾ ਉਹ ਇਹ ਵੇ, ਤੇ ਦੂਸਰੀ ਗੱਲ ਇਹ ਵੇ ਕਿ ਇਹਨਾਂ ਦਾ ਸਦਕਾ ਦੇਈ ਜੋ ਕੋਈ ਮੁਸ਼ਕਲਾਂ ਹੈ ਹੀ ਨਹੀਂ। ਅੱਛਾ ਸਰ, ਇੱਕ ਅਹਿਮ ਸਵਾਲ ਪੁੱਛਾਂਗਾ ਕਿ ਅਗਰ ਕੋਈ ਬੰਦਾ ਮੁੱਲ ਦੇ ਪੱਠੇ ਲੈ ਕੇ ਕੰਮ ਕਰਨਾ ਚਾਹੁੰਦਾ ਹੋਵੇ, ਫਿਰ ਉਹਨੂੰ ਕਿੰਨੀ ਬਚਤ ਹੈ, ਤੇ ਅਗਰ ਉਹ ਆਪਣਾ ਪੱਠੇ ਨੇ ਉਹਦੇ ਤੇ ਫਿਰ ਉਹਨੂੰ ਕਿੰਨੀ ਬਚਤ ਹੈ? ਮੁੱਲ ਦੇ ਪੱਠੇ ਲੈ ਕੇ ਫਿਰ ਕੋਈ ਬਚਤ ਵੀ ਨਹੀਂ, ਨੁਕਸਾਨ ਹੀ ਹੈ, ਕਿਉਂਕਿ ਦੁੱਧ ਦਾ ਰੇਟ ਕੋਈ ਨਹੀਂ। ਸਹੀ ਹੈ। ਤੇ ਵੰਡੇ ਮਹਿੰਗੇ ਨੇ, ਮੁੱਲ ਦੇ ਪੱਠੇ ਵੀ ਲੈ, ਤੂੜੀ ਵੀ ਲੈ, ਤਾਂ ਫਿਰ ਕੋਈ ਬਚਤ ਨਹੀਂ, ਨੁਕਸਾਨ ਹੀ ਫਿਰ। ਤੇ ਅਗਰ ਪੱਠੇ ਆਪਣੇ ਹੋਣ, ਆਪਣੇ ਹੋਣ ਤੇ ਅਗਰ ਉਹਦੇ ਬੱਚੇ ਬੁੱਚੇ ਸਾਂਭੇ ਮੱਝਾਂ ਦੇ, ਉਹ 2-3 ਸਾਲ ਤੱਕ ਸਾਂਭੇ ਉਹਨਾਂ ਤੇ ਫਿਰ ਉਹਨੂੰ ਸਹੀ ਫਾਇਦਾ ਹੈ। ਤੁਹਾਡਾ ਕੀ ਖਿਆਲ ਹੈ, ਅਗਰ ਇੱਕ ਮੱਝ ਰੋਜ਼ਾਨਾ ਦਾ 15 ਕਿਲੋ ਦੁੱਧ ਦੇ ਰਹੀ ਹੈ ਫਾਰ ਐਗਜ਼ਾਮਪਲ, ਠੀਕ ਹੈ, ਅਗਰ ਪੱਠੇ ਆਪਣੇ ਨੇ ਫਿਰ ਉਹਦੀ ਬਚਤ ਕਿੰਨੀ ਆ ਰਹੀ ਹੈ? 15 ਕਿਲੋ ਚ ਤੂੜੀ ਵੀ ਲੈਣੀ ਹੈ, ਪੱਠੇ ਆਪਣਾ ਵੰਡਾ ਵੀ ਲੈਣਾ ਹੈ, ਮੁਲਾਜ਼ਮ ਦੀ ਤਨਖਾਹ ਹੈ, ਕੋਈ ਏਡੀ ਲੰਮੀ ਚੌੜੀ ਜ਼ਿਆਦਾ ਬਚਤ ਨਹੀਂ। ਬਚਤ ਇਹਦੇ ਚ ਇਹ ਹੀ ਹੈ ਕਿ ਅਗਰ ਇਹਦੇ ਬੱਚੇ ਤੁਸੀਂ ਸਾਂਭਦੇ ਹੋ, ਉਹ ਬੱਚੇ ਨਾਲ ਸਾਲ 2 ਸਾਲਾਂ ਚ ਜਵਾਨ ਹੁੰਦੇ ਨੇ, ਤੇ ਫਿਰ ਉਹ ਤੁਹਾਨੂੰ ਬਚਤ ਹੈ, ਉਹ ਹੀ ਤੁਹਾਡੀ ਬਚਤ ਹੈ, ਅਸਲ ਜਿਹੜੀ ਬਚਤ ਹੈ। ਠੀਕ ਹੈ। ਤੇ ਸਰ ਜਿਹੜਾ ਇਹਦਾ ਦਾ ਸਾਲ ਦਾ ਜਾਂ 2 ਸਾਲ ਦਾ ਬੱਚਾ ਹੈ, ਉਹ ਕਿੰਨੇ ਕੁ ਦਾ ਸੇਲ ਹੋ ਜਾਂਦਾ? ਜਿਹੜਾ 2 ਸਾਲ ਦਾ ਬੱਚਾ ਹੈ, ਇਹ 2 ਸਾਲਾਂ ਦੀ ਝੋਟੀ ਹੈ ਸਾਡੇ ਕੋਲ, ਮਾਸ਼ਾਅੱਲਾ। ਲੱਖ ਰੁਪਏ ਦੀ ਵੀ ਨਹੀਂ ਦਿੰਦੇ ਸਰ, ਤੁਸੀਂ ਸੰਭਾਲੀ ਹੈ ਨਾ, ਤਿਆਰ ਕੀਤੀ ਹੈ? ਸਹੀ, ਲੱਖ ਦੀ ਨਹੀਂ ਦਿੰਦੇ ਜੀ ਜੀ। ਇਹ 2 ਸਾਲ ਹੈ? ਹਾਂ, 2 ਸਾਲ ਦੀ। ਠੀਕ ਹੈ। ਜ਼ਿਆਦਾ ਰੇਟ ਕੱਟੇ ਦਾ ਮਿਲਦਾ ਹੈ ਜਾਂ ਕੱਟੀ ਦਾ ਮਿਲਦਾ ਹੈ? ਨਹੀਂ, ਝੋਟੀ ਦਾ ਤਾਂ ਜ਼ਿਆਦਾ ਰੇਟ ਹੈ ਨਾ, ਜਿਹੜੀ ਇਸ ਤਰ੍ਹਾਂ ਦੀ ਸੋਹਣੀ ਝੋਟੀ ਹੋਵੇ ਉਹਦਾ ਰੇਟ ਤਾਂ ਜ਼ਿਆਦਾ ਹੀ ਹੈ ਜੀ। ਤੇ ਕਿੰਨੀ ਕੁ ਮਰਚਾ ਬਣ ਲੱਗ ਜਾਏਗੀ? ਇਹ ਹੋਰ ਕਿਉਂ 5 ਮਹੀਨਿਆਂ ਤੱਕ ਲੱਗ ਜਾਏਗੀ। ਅੱਛਾ, ਆਈ ਇਹ ਵਾਨੇ ਨੇ ਹੁਣ ਲੱਗ ਜਾਣਾ, 2 ਮਹੀਨਿਆਂ ਲੱਗ ਜੇ, 4 ਲੱਗ ਜੇ ਤੇ ਲੱਗ ਜਾਣਾ ਸੁਗਾ। ਯਾਨੀ ਕਿ ਤਕਰੀਬਨ ਇਹ 2.5 ਜਾਂ 2.5 ਸਾਲ ਦੀ ਉਮਰ ਚ ਨੇ ਵਨ ਲੱਗ ਜਾਣਾ। ਹਾਂਜੀ। ਇਹਦੀ ਹਾਸ ਅੱਗੇ ਲੱਗੀਆਂ ਵੀ ਹਨ। ਠੀਕ ਹੈ। ਯਾਨੀ ਕਿ ਤੁਸੀਂ ਇਹਨਾਂ ਦੀ ਸਾਂਭ ਚੰਗੀ ਕਰਦੇ ਹੋ। ਹਾਂਜੀ। ਕੁਝ ਫਾਰਮਾਂ ਤੇ ਗਏ ਆ, ਲੋਕ ਕਹਿੰਦੇ ਨੇ ਕਿ 3.5 ਜਾਂ 3 ਸਾਲ ਦੀ ਜਿਹੜੀ ਝੋਟੀ ਹੁੰਦੀ ਹੈ ਉਹ ਵਨ ਲੱਗਦੀ ਹੈ। ਉਹਨੂੰ ਦੁੱਧ ਨਹੀਂ ਛੱਡਦੇ ਉਹਨਾਂ ਨਾ, ਤਾਂ ਵਾਸਤੇ ਉਹ ਨਹੀਂ ਵਨ ਲੱਗਦੀ। ਤੁਸੀਂ ਆਪਣੇ ਜਾਵਾਂ ਨੂੰ ਕਿੰਨਾ ਦੁੱਧ ਛੱਡਦੇ ਹੋ? ਅਸੀਂ ਤਕਰੀਬਨ ਪਹਿਲੇ 2 ਮਹੀਨੇ ਤੇ ਅੱਧਾ ਹੀ ਛੱਡਨੇ ਆ, ਤੇ ਉਸ ਤੋਂ ਬਾਅਦ ਫਿਰ ਅਗਲੀ ਜੋੜੀ ਕਰਦੇ ਨੇ। ਅੱਧੇ ਤੋਂ ਕੀ ਮੁਰਾਦ? ਇੱਕ ਅਗਲਾ ਥਾਂ ਤੇ ਪਿਛਲਾ ਥਾਂ। ਅੱਛਾ। ਹਾਂਜੀ। ਤੇ ਫਿਰ ਉਸ ਤੋਂ ਬਾਅਦ ਫਿਰ ਅਗਲੇ 2 ਥਾਂ ਛੱਡਦੇ। ਯਾਨੀ ਅਗਲੇ ਜਿਹੜੇ ਥਾਂ ਨੇ ਉਹਨਾਂ 'ਚ ਦੁੱਧ ਕੰਮ ਹੁੰਦਾ ਹੈ? ਹਾਂ, ਪਿਛਲਿਆਂ ਦੀ ਨਿਸਬਤ ਕੰਮ ਹੁੰਦਾ। ਠੀਕ ਹੈ। ਤੇ ਸਰ, ਤੁਸੀਂ ਅੱਜ ਕੱਲ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਹੈ? ਇਹਨਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਅਸੀਂ ਤਾਂ ਅੱਜ ਕੱਲ ਸਟਾਲਾ ਹੀ ਪਾ ਰਹੇ ਜੀ, ਤੇ ਨਾਲ ਵੰਡਾ ਪਾਉਂਦੇ ਜੀ। ਖਾਲ ਵੰਡਾ ਕਿਹੜਾ ਇਸਤੇਮਾਲ ਕਰਵਾ ਰਹੇ? ਖਾਲ ਦਾ। ਸਟਾਲਾ ਨਿਰਾ ਸਟਾਲਾ ਵਿੱਚ ਕੋਈ ਤੂੜੀ ਨਾਰਮਲ, ਜੇ ਥੋੜਾ ਘੱਟ ਹੋਵੇ ਤਾਂ ਫਿਰ ਤੂੜੀ ਛੁੜੀ ਪਾ ਲਈਦੀ ਹੈ। ਅੱਛਾ ਸਰ, ਇੱਕ ਅਹਿਮ ਸਵਾਲ ਪੁੱਛਾਂਗਾ, ਕੁਝ ਬਜ਼ੁਰਗ ਆਂਦੇ ਨੇ ਕਿ ਜਿਹੜਾ ਸਬਜ਼ ਚਾਰਾ ਹੋਵੇ ਨਾ, ਉਹਦੇ ਨਾਲ ਜਾਨਵਰ ਕਮਜ਼ੋਰ ਹੋ ਜਾਂਦਾ ਹੋਵੇ, ਤੇ ਸੁੱਕਾ ਜਿਹੜਾ ਵੇ ਤੂੜੀ ਤੇ ਵੰਡਾ ਉਹ ਜਾਨਵਰ ਵਾਸਤੇ ਬਿਹਤਰ ਹੈ। ਤੁਹਾਡਾ ਕੀ ਖਿਆਲ ਹੈ? ਬਿਲਕੁਲ ਸਹੀ ਗੱਲ। ਦੁੱਧ ਕਿੰਨਾ ਜ਼ਿਆਦਾ ਦਿੰਦੀਆਂ ਨੇ? ਦੁੱਧ ਤੇ ਫਿਰ ਪੱਠਿਆਂ ਨਾਲ ਦੇਣਾ ਨਾ, ਹਰੇ ਨਾਲ ਦੇਣਾ ਨਾ ਜ਼ਿਆਦਾ। ਹਾਂ। ਅਗਰ ਸਟਾਲੇ ਦਾ ਤੇ ਜਵਾਰ ਦਾ ਕੰਪੈਰੀਜ਼ਨ ਕਰ ਲੇ ਬੰਦਾ, ਤੇ ਸਟਾਲੇ 'ਚ ਦੁੱਧ ਜ਼ਿਆਦਾ ਹੋਵੇ ਕਿ ਜਵਾਰ 'ਚ? ਸਟਾਲੇ ਜ਼ਿਆਦਾ। ਸਟਾਲਾ ਜ਼ਿਆਦਾ ਪਾਣਾ ਜਾਨਵਰ ਕਮਜ਼ੋਰ ਨਹੀਂ ਹੋ ਜਾਂਦਾ, ਉਹ ਵਾਹ ਲੱਗ ਜਾਂਦੀ ਹੈ, ਤਾਂ ਵਾਸਤੇ ਕਮਜ਼ੋਰ ਹੋ ਜਾਂਦਾ। ਜਵਾਰ ਨਾਲ ਉਹਨਾਂ ਜ਼ਿਆਦਾ ਦੁੱਧ ਨਹੀਂ, ਜਵਾਰ ਵੀ ਕੁਲੀ ਪਾਈਏ ਤੇ ਸਟਾਲੇ ਜਿੰਨਾ ਹੀ ਦੁੱਧ ਤਕਰੀਬਨ। ਤੇ ਵਾਹ ਦਾ ਕੋਈ ਦੇਸੀ ਇਲਾਜ ਕਰਦੇ ਹੋ? ਉਹ ਗੁੜ ਸੌਂਫ ਦੇ ਲਈਦਾ, ਜਾਂ ਮਤਲਬ ਕਿ ਤੂੜੀ ਪਾ ਲਈਦੀ, ਜੇ ਅਗਰ ਪੱਠਿਆਂ ਨਾਲ ਲੱਗੇ ਤਾਂ ਫਿਰ ਉਹਦੇ 'ਚ ਤੂੜੀ ਪਾ ਲਈਦੀ। ਕੁਝ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਸਾਰਾ ਕੰਮ ਨਵਾਂ ਸ਼ੁਰੂ ਕਰਕੇ ਡੇਅਰੀ ਫਾਰਮ ਦਾ ਤੇ ਮੁਲਾਜ਼ਮਾਂ ਤੇ ਰੱਖੀਏ। ਤੁਹਾਡਾ ਕੀ ਖਿਆਲ ਹੈ, ਮੁਲਾਜ਼ਮਾਂ ਤੇ ਰੱਖ ਕੇ ਕਾਰੋਬਾਰ ਕੀਤਾ ਜਾ ਸਕਦਾ? ਨਹੀਂ ਕੀਤਾ ਜਾ ਸਕਦਾ। ਕੀ ਉਹਦੀ ਖਾਸ ਵਜ੍ਹਾ? ਉਹਦੀ ਖਾਸ ਵਜ੍ਹਾ ਜੋ ਮਾਲਕ ਹੈ ਉਹ ਮੁਲਾਜ਼ਮ ਤੇ ਨਹੀਂ ਹੋ ਸਕਦਾ। ਮੁਲਾਜ਼ਮ ਨੇ ਤੇ ਟਾਈਮ ਗੁਜ਼ਾਰੀ ਕਰਨੀ ਹੈ ਨਾ, ਤੇ ਮਾਲਕ ਨੇ ਪੈਸੇ ਲਾਏ ਹੋਣ, ਉਹਨੂੰ ਪਤਾ ਹੋਣਾ ਕਿ ਮੈਂ ਇਹ ਪੈਸੇ ਕਾਰੋਬਾਰ ਮੇਰਾ। ਮੁਲਾਜ਼ਮ ਨੂੰ ਤਾਂ ਇੰਨਾ ਹੀ ਹੈ ਨਾ ਕਿ ਉਹਨੇ ਆਪਣੀ ਤਨਖਾਹ ਵਾਸਤੇ ਦਿਹਾੜੀ ਲਾਣੀ ਬਸ। ਮੁਲਾਜ਼ਮ ਤਾਂ ਨਹੀਂ ਕਰ ਸਕਦਾ। ਤੇ ਸਰ, ਜਿਹੜੀਆਂ ਇਹਨਾਂ ਨੂੰ ਕੋਈ ਬਿਮਾਰੀਆਂ ਹੁੰਦੀਆਂ ਨੇ, ਉਹਨਾਂ ਦਾ ਕੋਈ ਆਪੀ ਇਲਾਜ ਕਰ ਲੈਂਦੇ ਹੋ ਜਾਂ ਕਿ ਡਾਕਟਰ ਤੋਂ? ਦੇਸੀ ਇਲਾਜ ਜ਼ਿਆਦਾ ਕਰਨੇ ਜੀ। ਤੇ ਉਸ ਤੋਂ ਬਾਅਦ ਫਿਰ ਕਿਹੜੀ ਬਿਮਾਰੀਆਂ ਤੁਸੀਂ ਦੇਸੀ ਇਲਾਜ ਖੋਜ ਕਰ ਲੈਂਦੇ ਹੋ? ਉਹ ਛੋਟੀਆਂ ਮੋਟੀਆਂ ਜਿਹੜੀਆਂ ਕਿਸੇ ਦਾ ਥਣ ਸੁੱਜ ਗਿਆ, ਉਹਨੂੰ ਹਰੀਆਂ ਮਿਰਚਾਂ ਦੇ ਲਈਦੀਆਂ ਨੇ। ਸਹੀ ਹੈ। ਦਾਦੜ ਮਿਰਚਾਂ ਦੇ ਲਈਦੀਆਂ ਨੇ। ਫਿਰ ਦੁੱਧੂ ਘੱਟ ਉਹਨੂੰ ਗੰਢੇ ਛੰਡੇ ਦੇ ਲਈਦੇ ਨੇ, ਗੰਢਾ ਮਿਰਚ ਦਿੰਦੇ ਆ ਰਹੀਦਾ। ਡੰਗਰ ਜਾਂ ਦੁੱਧੂ ਨਹੀਂ ਟੁਰਦਾ, ਉਹਨੂੰ ਕੀ ਦਿੰਦੇ ਹੋ? ਉਹਨੂੰ ਤੇ ਦੇਈਦਾ, ਹਾਲਿਓਂ ਦੇਈਦੀ ਹੈ, ਅਲਸੀ ਦੇਈਦੀ, ਅਲਸੀ ਦੀ ਖੀਰ ਬਣਾ ਕੇ ਉਹ ਦੇ ਲਈਦੀ ਹੈ। ਇੱਕ ਜਾਨਵਰ ਨੂੰ ਥਣ ਨੂੰ ਸਾੜੂ ਪਾਈ ਜਾਂਦਾ, ਉਹਨੂੰ ਕੀ ਦਿੰਦੇ ਹੋ? ਉਹਨੂੰ ਤੇ ਟੀਕਾ ਇੱਕ ਉਹ ਲਾਉਂਦੇ ਆ, ਤੇ ਨਾਲ ਉਹਨੂੰ ਨਿੰਬੂ ਦਿੰਦੇ ਆ। ਬਾਈ ਵਾਸਤੇ ਮਿਰਚ ਮਸਾਲਾ ਕਿੰਨੀ ਦੇਰ ਬਾਅਦ ਦਿੰਦੇ ਰਹਿੰਦੇ ਜਾਨਵਰਾਂ ਨੂੰ? ਹਫ਼ਤੇ 'ਚ 2 ਦਫਾ ਦੇਣਾ ਚਾਹੀਦਾ ਮਿਰਚ। ਕਿਹੜੀ ਚੀਜ਼ ਮਿਰਚ ਮਸਾਲੇ? ਗੰਢੇ ਮਿਰਚਾਂ ਤੇ ਅਦਰਕ। ਗਰਮੀਆਂ ਦੇ ਵਿੱਚ ਇਹਨਾਂ ਨੂੰ ਠੰਡੇ ਰੱਖਣ ਵਾਸਤੇ, ਤਰ ਰੱਖਣ ਵਾਸਤੇ ਕਿਹੜੀ ਚੀਜ਼ ਦਿੰਦੇ ਜਾਨਵਰਾਂ ਨੂੰ?
ਜਵਾਂ ਜੂਆਂ ਉਹ ਕਿਹੜੀ ਚੀਜ਼ ਹੈ? ਉਹ ਜਵਾਂ ਹੈ ਜਿਹੜਾ ਤਾਰਾ ਮੇਰਾ ਜਿਹਨੂੰ ਕਹਿ ਲਓ। ਅੱਛਾ ਹਾਂਜੀ, ਉਹਨੂੰ ਗੁੰਨ ਲਓ, ਸ਼ਾਮ ਨੂੰ ਗੁੰਨ ਕੇ ਬਾਹਰ ਰੱਖ ਦਿਓ, ਸਵੇਰੇ ਦੇ ਦਿਓ ਪਿੰਨੀ ਬਣਾ ਕੇ। ਪਿੰਨੀ ਬਣਾ ਹਰ ਰੋਜ਼ ਦੇਣੀ ਚਾਹੀਦੀ ਹੈ? ਨਹੀਂ, ਦੂਜੇ ਦਿਨ ਦੇ ਲਵੋ, ਨਾ ਤੇਲ ਦੇ ਲਵੋ। ਅੱਛਾ ਅੰਕਲ ਜੀ, ਇੱਕ ਬੜਾ ਅਹਿਮ ਸਵਾਲ ਪੁੱਛ ਲਵਾਂਗਾ। ਗਰਮੀਆਂ ਕੋ ਆ ਰਹੀਆਂ ਨੇ, ਡੰਗਰਾਂ ਨੂੰ ਇਹ ਜਿਹੜਾ ਮੱਛਰ ਮੱਖੀ ਬੜੀ ਜ਼ਿਆਦਾ ਲੜਦੀ ਹੈ, ਉਹਦੇ ਬਚਾਓ ਵਾਸਤੇ ਕੀ ਕਰਨਾ ਚਾਹੀਦਾ, ਕੀ ਜਾਨਵਰਾਂ ਨੂੰ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਮੱਖੀ ਜਾਂ ਮੱਛਰ ਨਾ ਲੜੇ? ਉਹਦੇ ਚ ਜਵਾਂ ਦਾ ਤੇਲ ਦੇ ਲਵੋ। ਇੱਕ ਹੁਣ ਤੇ ਸਪਰੇਅ ਨਿਕਲ ਆਈ, ਉਹ ਕਰ ਲਵੋ। ਸਹੀ ਹੈ। ਹਾਂਜੀ, ਤੁਹਾਡਾ ਕੀ ਹਾਲ ਹੈ? ਜਿਹੜਾ ਤਾਰਾ ਮੇਰਾ ਇਹ ਦੇਣ ਨਾਲ ਜਾਨਵਰ ਦਾ ਕੀ ਨਹੀਂ ਲੜੇਗਾ? ਮੱਛਰ ਵੀ ਘੱਟ ਲੜੇਦਾ। ਕੌੜੀ ਖਲ ਪਾ ਲਓ, ਉਹਦੇ ਨਾਲ ਮੱਛਰ ਵੀ ਘੱਟ ਲੜੇਦਾ ਤੇ ਡੰਗਰ ਵੀ ਤਾਜ਼ਾ ਰਹੇ। ਅੱਛਾ ਅੰਕਲ ਜੀ, ਅਗਰ ਕੋਈ ਸਾਡਾ ਦੋਸਤ ਜਿਹੜਾ ਵੀਡੀਓ ਵੇਖ ਰਿਹਾ ਉਹ ਕਾਰੋਬਾਰ ਕਰਨਾ ਚਾਹੁੰਦਾ ਹੋਵੇ, ਕੋਈ ਐਸਾ ਮੁਖਲਸ ਮਸ਼ਵਰਾ ਨੂੰ ਦੇ ਦਿਓ ਤਾਂ ਕਿ ਉਹ ਕਾਰੋਬਾਰ ਕਰੇ, ਤੇ ਤੁਹਾਨੂੰ ਦੁਆਵਾਂ ਦੇ ਤੁਹਾਡਾ ਮਸ਼ਵਰਾ ਸੁਣ ਕੇ ਕਿਹੜਾ ਮਸ਼ਵਰਾ ਹੈ ਤੁਹਾਡੇ ਖਿਆਲ ਨਾਲ ਉਹਨੂੰ ਕਿੰਜ ਕਾਰੋਬਾਰ ਕਰਨਾ ਚਾਹੀਦਾ? ਉਹਨੂੰ ਤਾਂ ਸਿਰਫ ਝੋਟੀਆਂ ਦਾ ਕੰਮ ਕਰਨਾ ਚਾਹੀਦਾ, ਦੁੱਧ ਦਾ ਕੰਮ ਨਹੀਂ ਕਰਨਾ ਚਾਹੀਦਾ। ਦੁੱਧ ਦਾ ਰੇਟ ਨਹੀਂ ਸਾਡੇ ਮੁਲਕ ਵਿੱਚ ਨਾ, ਦੁੱਧ ਦਾ ਰੇਟ ਨਹੀਂ। ਠੀਕ ਹੈ, ਦੁੱਧ ਦਾ ਰੇਟ ਹੋਵੇ ਫਿਰ ਦੁੱਧ ਦਾ ਹੀ ਕੰਮ ਕਰਨਾ ਚਾਹੀਦਾ। ਉਹਨੂੰ ਝੋਟੀਆਂ ਲਿਆ ਕੇ ਤੇ ਉਹ ਸਵਾਉਣੀਆਂ ਚਾਹੀਦੀਆਂ ਨੇ, ਉਹਨਾਂ 'ਚ ਪ੍ਰੋਫਿਟ ਜ਼ਿਆਦਾ। ਤੇ ਸਰ ਤੁਹਾਨੂੰ ਦੁੱਧ ਦਾ ਰੇਟ ਕੀ ਮਿਲਦਾ ਪਿਆ? 82 ਰੁਪਏ। 82 ਰੁਪਏ ਦੁੱਧ ਹੀ ਨੂੰ ਦਿੰਦੇ ਹੋ? ਹਾਂਜੀ। ਤੇ ਅਗਰ ਤੁਸੀਂ ਖੁਦ ਸੇਲ ਕਰੋ ਤੇ ਰੇਟ ਤੁਹਾਨੂੰ ਜ਼ਿਆਦਾ ਨਾ ਮਿਲੇਗਾ? ਉਹ ਜ਼ਿਆਦਾ ਇੱਥੇ ਪਿੰਡਾਂ 'ਚ ਨਹੀਂ ਨਾ, ਪਿੰਡਾਂ 'ਚ ਸਾਰਿਆਂ ਲੋਕਾਂ ਨੇ ਰੱਖੀਆਂ ਨੇ ਮੱਝਾਂ ਜੀ, ਕਿਉਂਕਿ ਦੁੱਧ ਸ਼ਹਿਰਾਂ 'ਚ ਜਾਂਦਾ, ਲੋਕ ਫਿਰ ਉਹ ਇਸਤੇਮਾਲ ਕਰਦੇ। ਸਰ ਤੁਹਾਡਾ ਕੀ ਖਿਆਲ ਹੈ ਕਿ ਅੱਜ ਕੱਲ ਜਿਹੜਾ ਮਹਿੰਗਾਈ ਦਾ ਦੌਰ ਹੈ, ਦੁੱਧ ਦਾ ਕਮ ਸੇ ਕਮ ਕਿੰਨਾ ਰੇਟ ਹੋਏ ਤੇ ਜਿਹੜਾ ਥੋੜਾ ਵੀ ਹੋਵੇ ਤੇ 100 ਰੁਪਏ ਹੋਣਾ ਚਾਹੀਦਾ, ਥੋੜਾ ਵੀ ਰੇਟ ਹੋਵੇ ਫੇਰ ਬਿਹਤਰ ਹੈ, ਫਿਰ ਗੁਜ਼ਾਰਾ ਹੋ ਸਕਦਾ ਨਹੀਂ ਤੇ। ਠੀਕ ਹੈ ਜੀ ਸਰ, ਬਹੁਤ ਸ਼ੁਕਰੀਆ, ਤੁਸੀਂ ਕਾਫੀ ਕੀਮਤੀ ਤੇ ਅਹਿਮ ਗੱਲਾਂ ਦੱਸੀਆਂ ਨੇ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।